ਸ਼੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ। ਤੁਧ ਡਿਠੇ ਸਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹੋਂ ਕਰੀ ਵਖਿਆਨ। ਜਿਹਾ ਤੂੰ ਕਰਾਹੇ ਤਿਹਾ ਹੋਂ ਕਰੀ ਵਖਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਜ, ਚਵਰ ਛਤਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਗੁਰ ਗੋਦ ਵਿੱਚ ਸਜ ਬੈਠੀ ਸਨਮਾਨਯੋਗ ਸਾਧ ਸੰਗਤ ਵਡਭਾਗੀ ਹਾਂ। ਸੰਧਿਆ ਸਮੇਂ ਦੇ ਵਕਤ ਆਪੋ ਆਪਣੇ ਸੰਸਾਰਿਕ ਕੰਮ ਧੰਦਿਆਂ ਨੂੰ ਤਿਆਗਦਿਆਂ ਹੋਇਆ ਕੀਮਤੀ ਸਮਾਂ ਜੋ ਗੁਰੂ ਦੀ ਹਜ਼ੂਰੀ ਦਰਗਾਹ ਦੇ ਵਿੱਚ ਕਬੂਲ ਪ੍ਰਵਾਨ ਹੋਏਗਾ, ਉਹ ਸਮਾਂ ਗੁਰੂ ਚਰਨਾਂ ਦੇ ਵਿੱਚ ਆਪਾਂ ਸਤਿਗੁਰਾਂ ਦੀ ਰਹਿਮਤ ਸਦਕਾ ਬਤੀਤ ਕਰ ਰਹੇ ਹਾਂ। ਸੰਸਾਰ ਦੇ ਵਿੱਚ ਆਪਾਂ ਵੇਖਦੇ ਹਾਂ ਹਰ ਵਰਗ ਦੇ ਲੋਕ ਹੁੰਦੇ ਨੇ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਸਮਾਜ ਦੇ ਵਿੱਚ ਇੱਕ ਪ੍ਰਕਾਰ ਦੇ ਲੋਕਾਂ ਦੀ ਬਿਰਤੀ ਨਹੀਂ। ਇੱਕ ਘਰ ਦੇ ਵਿੱਚ ਜੇ 10 ਮੈਂਬਰ ਨੇ ਜਾਂ 5 ਨੇ ਤਾਂ 5 ਦੀ ਜਿਹੜੀ ਬਿਰਤੀ ਹੈ ਉਹ ਵੱਖੋ ਵੱਖਰੀ ਹੋਵੇਗੀ, ਇੱਕੋ ਜਿਹੀ ਨਹੀਂ ਹੋਵੇਗੀ। ਅਤੇ ਗੁਰੂ ਪਿਤਾ ਜੀ ਨੇ ਬਾਣੀ ਦੇ ਵਿੱਚ ਉਦਾਹਰਨਾਂ ਦੇ ਦਿੱਤੀਆਂ ਨੇ ਕਿ ਜਿਸ ਤਨ ਦਾ, ਜਿਸ ਸਰੀਰ ਦਾ, ਜਿਸ ਧਨ ਦਾ ਤੂੰ ਮਾਣ ਕਰਦਾ ਹੈ, ਇਹ ਸਦੀਵੀ ਕਾਲ ਤੇਰੇ ਨਾਲ ਨਹੀਂ ਰਹਿਣਾ ਅਤੇ ਨਾਲ ਕੀ ਜਾਏਗਾ। ਕੁਝ ਸ਼ਬਦ, ਕੁਝ ਪੰਕਤੀਆਂ ਆਧਾਰ ਬਣਾ ਕੇ ਜਿਹੜੀ ਅੱਜ ਦੀ ਵਿਚਾਰ ਹੈ ਗੁਰੂ ਕਿਰਪਾ ਸਦਕਾ ਆਪਾਂ ਆਰੰਭ ਕਰਾਂਗੇ, ਜੋ ਕਈ ਦਿਨਾਂ ਤੋਂ ਲੈ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਬਾਣੀ ਮਹੱਲਾ ਪੰਜਵਾ ਗਾਥਾ। ਗਾਥਾ ਇੱਕ ਬਾਣੀ ਦਾ ਨਾਮ ਹੈ ਜਿਸ ਦੇ ਆਰੰਭਕ ਬਚਨ ਨੇ ਕਰ ਪੂਰ ਪੋਹਪ ਸੁਗੰਧਾ ਪਰਸ ਮਾਨੁਖ ਦੇਹ ਮਲੀਣੰ, ਮੱਝਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ। ਜਿਸ ਦਾ ਭਾਵ ਇਹ ਹੈ ਕਰ ਪੂਰ ਪੋਹਪ, ਇਸ ਸਰੀਰ ਦੇ ਉੱਪਰ ਬੜੇ ਬੰਦਾ ਅਤਰ ਫਲੇਲ ਤਰ੍ਹਾਂ ਤਰ੍ਹਾਂ ਦੇ, ਕਿਉਂਕਿ ਹੁਣ ਤੇ ਉਹਨੂੰ ਨਾਮ ਆਪਾਂ ਪਰਫਿਊਮ ਸੈਂਟ ਦਿੱਤਾ ਹੈ, ਪਰ ਗੁਰੂ ਸਾਹਿਬ ਜੀ ਨੇ ਉਹਨਾਂ ਸਮਿਆਂ ਦੀ ਗੱਲ ਕੀਤੀ ਹੈ। ਜਿਹੜੀ ਵੀ ਬਾਣੀ ਹੈ, ਜਿਹੜਾ ਵੀ ਸ਼ਬਦ ਹੈ, ਗੁਰੂ ਪਾਤਸ਼ਾਹ ਜੀ ਨੇ ਸਮੇਂ ਸਮੇਂ ਮੁਤਾਬਕ ਉਚਾਰਨ ਕੀਤਾ। ਜਿੱਦਾਂ ਦਾ ਮਾਹੌਲ ਗੁਰੂ ਸਾਹਿਬ ਦੇਖਦੇ ਸਨ ਅਤੇ ਉਸੇ ਮਾਹੌਲ ਨੂੰ ਵੇਖ ਕੇ ਹੋਏ ਸਤਿਗੁਰਾਂ ਨੇ ਉਹ ਬਾਣੀ ਉਚਾਰਨ ਕੀਤੀ। ਅਤੇ ਗੁਰਬਾਣੀ ਕਦੀ ਕਿਸੇ ਦੀ ਖੁਸ਼ਾਮਦੀ ਨਹੀਂ ਕਰਦੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੇ ਗੁਰਮੁਖੋ 4 ਉਦਾਸੀਆਂ ਕੀਤੀਆਂ, 48 ਕੋਹ ਹਜ਼ਾਰ ਜਿਹੜਾ ਸਫ਼ਰ ਬਿਲਕੁਲ ਪੈਦਲ ਚੱਲ ਕੇ ਕੀਤਾ, ਉਹ ਲੋਕ ਲਾਜ ਤੋਂ ਉੱਚਿਆਂ ਉੱਠ ਕੇ ਕੀਤਾ। ਲੋਕ ਲਾਜ ਦੇ ਵਿੱਚ ਰਹਿ ਕੇ ਤੁਸੀਂ ਕੇਵਲ ਤੇ ਕੇਵਲ ਇੱਕ ਸਮਾਜਿਕ ਜ਼ਿੰਦਗੀ ਤਾਂ ਭਾਵੇਂ ਬਤੀਤ ਕਰ ਲਵੋ, ਪਰ ਤੁਸੀਂ ਉਹ ਜ਼ਿੰਦਗੀ ਨਹੀਂ ਬਤੀਤ ਕਰ ਸਕਦੇ ਜਿਹੜੀ ਸਾਨੂੰ ਗੁਰੂ ਦੱਸਦਾ ਹੈ।
सतगुरां दीयां अनेकां उदाहरणां ने, जां इंज कह लो दो नज़रां ने, एक नज़र है जग दी ते एक नज़र है रब दी। जे जग दी नज़र विच आउणा ते तुहानूं बहुत कुछ करना पएगा। बड़ियां दी तुहानूं खुशामदी करनी पएगी, बड़ियां दे तुहानूं गिट्टे गोडे घुटने पैणगे, वो आपां वेखदे हां। पर जे जग दी नज़र विच आउणा तां ਉਹਨੂੰ भी ਤੁਹਾਨੂੰ ਆਪਣਾ ਬਣਾਉਣਾ ਪਏਗਾ। ਜਿਸ ਬੰਦੇ ਦਾ ਨਾ ਸਮਾਜਿਕ ਜੀਵਨ ਹੈ, ਨਾ ਪਰਿਵਾਰਕ ਜੀਵਨ ਹੈ, ਅਧਿਆਤਮਿਕ ਜੀਵਨ ਤੇ ਗੱਲਾਂ ਬੜੀਆਂ ਦੂਰ ਦੀਆਂ ਨੇ। ਇਹ ਹੈ ਜੱਗ ਦੀ ਨਜ਼ਰ। ਪਰ ਇੱਕ ਹੈ ਰੱਬ ਦੀ ਨਜ਼ਰ, ਤੇ ਰੱਬ ਦੀ ਨਜ਼ਰ ਵਿੱਚ ਆਉਣ ਵਾਸਤੇ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ। ਤੁਹਾਨੂੰ ਅੰਮ੍ਰਿਤ ਵੇਲੇ ਉੱਠਣਾ ਪਏਗਾ ਇਸ਼ਨਾਨ ਕਰਕੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ, ਤੇ ਇਸ ਬਾਣੀ ਨੂੰ ਗੁਰਮੁਖੋ ਕੋਈ ਵੀ ਪੜ੍ਹ ਸਕਦਾ ਹੈ। ਬਾਣੀ ਇੱਕ ਫਿਰਕੇ ਦੇ ਨਾਲ ਸੰਬੰਧਿਤ ਨਹੀਂ। ਇਹ ਤੇ ਹੁਣ ਤੱਕ ਸਾਨੂੰ, ਮੈਨੂੰ ਖਿਮਾ ਕਰਿਓ, ਉਹ ਲੋਕ ਡਰਾਉਂਦੇ ਹੀ ਆਏ, ਨਾ ਤੁਸੀਂ ਨਾ ਬਾਣੀ ਪੜ੍ਹਿਓ ਪਾਪ ਲੱਗੂਗਾ, ਤੁਸੀਂ ਨਾ ਪਾਠ ਕਰਿਓ ਪਾਪ ਲੱਗੂਗਾ। ਤੇ ਮੈਂ ਬੇਨਤੀ ਕਰਾਂ, ਗੁਰਬਾਣੀ ਦੇ ਨਾਲ ਕਦੀ ਪਾਪ ਨਹੀਂ ਲੱਗਦਾ। ਗੁਰਬਾਣੀ ਦੇ ਨਾਲ ਤਾਂ ਪਾਪ ਸਗੋਂ ਕੱਟੇ ਜਾਂਦੇ ਨੇ, ਬੰਦੇ ਨੂੰ ਮੱਤ ਆਉਂਦੀ ਹੈ। ਪਰ ਇੰਨਾ ਕੁ ਜ਼ਰੂਰ ਹੈ ਵੀ ਜੇ ਅਸੀਂ ਆਪਣੀਆਂ ਦੁਨਿਆਵੀ ਡਿਗਰੀਆਂ ਦੇ ਵਾਸਤੇ 14-14 ਸਾਲ ਜਾਂ 10-10 ਸਾਲ ਸਕੂਲ ਕਾਲਜਾਂ ਦੇ ਵਿੱਚ ਲਾ ਦਿੰਦੇ ਹਾਂ ਦੁਨਿਆਵੀ ਪੜ੍ਹਾਈ ਲਈ, ਤੇ ਕੀ ਆਪਾਂ ਜਿਸ ਸਿੱਖ ਧਰਮ ਦੇ ਵਿੱਚ ਸਾਡਾ ਜਨਮ ਹੋਇਆ, ਕਿ ਅਸੀਂ ਉਸ ਧਰਮ ਦੇ ਵਿੱਚ ਜਨਮ ਲੈ ਕੇ ਕੀ ਅਸੀਂ ਪੰਜਾਂ ਬਾਣੀਆਂ ਦੀ ਕੀ ਬੈਠ ਕੇ ਸੰਥਿਆ ਨਹੀਂ ਲੈ ਸਕਦੇ? ਜੇ ਦੁਨਿਆਵੀ ਪੜ੍ਹਾਈ ਦੇ ਵਾਸਤੇ ਸਾਨੂੰ ਇੰਨਾ ਕੁਝ ਕਰਨਾ ਪੈਂਦਾ ਹੈ, ਤੇ ਜਦੋਂ ਗੁਰੂ ਦੀ ਗੱਲ ਆਵੇ ਤੇ ਗੁਰਮੁਖੋ ਉਦੋਂ ਆਪਾਂ ਅਵੇਸਲੇ ਹੋ ਜਾਂਦੇ। ਮੈਂ ਹੋਰ ਬੇਨਤੀ ਕਰਦੇ ਹਾਂ, ਜਦੋਂ ਤੇ ਇਹ ਬੰਦਾ ਆਪਣੇ ਪੁੱਤਰਾਂ ਦੀ ਗੱਲ ਕਰਦਾ ਹੈ ਜਾਂ ਵਿਗੜੇ ਹੋਏ ਪੁੱਤਰਾਂ ਦੀ ਗੱਲ ਕਰਦਾ, ਵੀ ਜੇ ਪੁੱਤਰ ਬੜਾ ਵਿਗੜਿਆ ਹੋਵੇ ਨਾ, ਤਾਂ ਫਿਰ ਉਸ ਵਕਤ ਕਹਿੰਦਾ ਲੈ ਸ੍ਰੀ ਚੰਦ ਗੁਰੂ ਨਾਨਕ ਸਾਹਿਬ ਦੇ ਜਿਹੜੇ ਪੁੱਤ ਸੀ ਉਹ ਕਿਹੜਾ ਗੁਰੂ ਨਾਨਕ ਸਾਹਿਬ ਦੇ ਆਖੇ ਲੱਗੇ। ਜਦੋਂ ਆਪਣੇ ਵਿਗੜਿਆਂ ਦੀ ਗੱਲ ਕਰਦਾ ਤੇ ਇਸ਼ਾਰਾ ਕਰਦਾ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰਾਂ ਦੇ ਵੱਲ, ਤੇ ਕਦੀ ਇਹਨੇ ਆਖਿਆ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ 4 ਸਾਹਿਬਜ਼ਾਦੇ ਨੇ, ਉਹਨਾਂ ਦੀ ਕਿੰਨੀ ਵੱਡੀ ਮਹਾਨ ਦੇਣ ਹੈ। ਇਹ ਉਦੋਂ ਆਪਣੇ ਘਰ ਤੋਂ, ਜ਼ਮੀਨ ਜਾਇਦਾਦ ਤੋਂ ਇਹ ਦਾਖਲ ਕਰਦਾ ਆਪਣੇ ਪੁੱਤਰਾਂ ਨੂੰ, ਬੇਦਖਲ ਉਦੋਂ ਕਰਦਾ ਗੁਰਮੁਖੋ ਜਦੋਂ ਇਹਦੇ ਆਖੇ ਨਹੀਂ ਲੱਗਦੇ। ਉਦੋਂ ਬੇਦਖਲ ਨਹੀਂ ਕਰਦਾ ਜਦੋਂ ਗੁਰੂ ਦੇ ਆਖੇ ਨਹੀਂ ਲੱਗਦੇ। ਜਦੋਂ ਆਪਾਂ ਰਾਤ ਨੂੰ ਸੌਣ ਲੱਗਦੇ ਆ, ਕਿਉਂਕਿ ਗੁਰਬਾਣੀ ਦਾ ਜਿਹੜਾ ਬਚਨ ਹੈ ਨਾ ਗੁਰਮੁਖੋ, ਇਹ ਲੋਕ ਲਾਜ ਤੋਂ, ਉੱਚੀਆਂ ਉੱਠਿਆਂ ਤੋਂ ਬਿਨਾਂ ਇਹ ਸੰਗਤਾਂ ਤੇ ਤੱਕ ਪਹੁੰਚਾਇਆ ਨਹੀਂ ਜਾ ਸਕਦਾ। ਨਾ ਤੁਸੀਂ ਮੇਰੇ ਤੋਂ ਕੁਝ ਲੈਣਾ ਤੇ ਨਾ ਮੈਂ ਤੁਹਾਡੇ ਤੋਂ ਕੁਝ ਲੈਣਾ। ਪਰ ਜਿਹੜੀ ਗੁਰੂ ਦੀ ਗੱਲ ਹੈ, ਉਹ ਗੁਰੂ ਨਾਨਕ ਸਾਹਿਬ ਜੀ ਨੇ ਆਪ ਬਚਨ ਕਹੇ ਨੇ। ਤੇ ਅਕਸਰ ਮੈਂ ਇਹ ਪੰਕਤੀ ਦੀ ਹਰ ਵਕਤ ਉਦਾਹਰਨ ਦਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਅਸੀਂ ਜਨਮ ਤੋਂ ਲੈ ਕੇ ਹੁਣ ਤੱਕ ਜਿੱਥੇ ਵੀ ਗਏ ਆਪੋ ਆਪਣੀਆਂ ਵਡਿਆਈਆਂ ਤੇ ਸੋਲੇ ਸੁਣਦੇ ਤੇ ਗਾਉਂਦੇ ਰਹੇ। ਖੈਰ ਗੁਰੂ ਪਿਤਾ ਜੀ ਜੋ ਬਾਣੀ ਵਿੱਚ ਜ਼ਿਕਰ ਕਰਦੇ ਨੇ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ਼ਾਰਾ ਕੀਤਾ, ਜਦੋਂ ਆਪਾਂ ਆਪਣੇ ਵਿਗੜੇ ਪੁੱਤਰਾਂ ਦੀ ਗੱਲ ਕਰਦੇ ਹਾਂ ਤੇ ਉਦੋਂ ਆਪਾਂ ਸ੍ਰੀ ਚੰਦ ਵੱਲ ਇਸ਼ਾਰਾ ਕਰ ਦਿੰਦੇ ਹਾਂ, ਤੇ ਜਦੋਂ ਗੁਰਮੁਖੋ ਸੁਧਰਿਆਂ ਹੋਇਆਂ ਦੀ ਗੱਲ ਕਰਨੀ ਹੋਵੇ ਤੇ ਉਦੋਂ ਕਦੀ ਵੀ ਅਸੀਂ ਸਾਹਿਬਜ਼ਾਦਿਆਂ ਵੱਲ ਇਸ਼ਾਰਾ ਨਹੀਂ ਕਰਦੇ। ਪਰ ਕੀ ਅਸੀਂ ਸੌਣ ਦੇ ਵਕਤ ਕਿਸੇ ਨੇ ਆਪਣੇ ਵੱਲ ਜਾਂ ਆਪਣੇ ਬੱਚਿਆਂ ਦੇ ਵੱਲ ਇਹ ਧਿਆਨ ਦਿੱਤਾ ਕਿ ਮੈਂ ਆਪਣੇ ਬੱਚਿਆਂ ਨੂੰ ਪੜ੍ਹਾ ਦਿੱਤਾ, ਵਕੀਲ ਐਡਵੋਕੇਟ ਆਦਿਕ ਸਭ ਕੁਝ ਇੰਜੀਨੀਅਰ ਬਣਾ ਦਿੱਤਾ? ਕੀ ਕਦੇ ਸੌਣ ਵਕਤ ਇਹ ਧਿਆਨ ਦਿੱਤਾ ਕਿ ਚਲੋ ਜੇ ਮੈਂ ਸਿੱਖ ਨਹੀਂ ਬਣਿਆ ਉਹ ਤਾਂ ਵੱਖਰੀ ਗੱਲ ਹੈ, ਕਮ ਸੇ ਕਮ ਇੱਕ ਪਰਿਵਾਰ ਦਾ ਮੈਂਬਰ ਛੋਟਾ ਬੱਚਾ ਕਦੀ ਮਨ ਵਿੱਚ ਇਹ ਪਛਤਾਵਾ ਤੇ ਕਦੀ ਝੋਰਾ ਕੀਤਾ ਕਿ ਮੈਂ ਆਪਣੇ ਪੁੱਤਰ ਨੂੰ ਜਾਂ ਆਪਣੀ ਔਲਾਦ ਨੂੰ ਜਾਂ ਪੁੱਤ ਪੋਤਰੇ ਨੂੰ ਜਾਂ ਪੋਤੀ ਨੂੰ ਮੈਂ ਗੁਰੂ ਨਾਨਕ ਦਾ ਸਿੱਖ ਨਹੀਂ ਬਣਾ ਸਕਿਆ? ਕਦੀ ਵੀ ਆਪਾਂ ਗੁਰਮੁਖੋ ਇਹ ਮਨ ਵਿੱਚ ਝੋਰਾ ਨਹੀਂ ਕੀਤਾ। ਤੇ ਜਦੋਂ ਇਹ ਵਿਗੜਿਆਂ ਦੀ ਗੱਲ ਕਰਦਾ ਉਦੋਂ ਸ੍ਰੀ ਚੰਦ ਤੇ ਲਖਮੀ ਦਾਸ ਦੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜਾ ਬਾਣੀ ਵਿੱਚ ਜ਼ਿਕਰ ਕੀਤਾ ਹੈ, ਆਪਾਂ ਬੇਨਤੀ ਇਹ ਕਰਨ ਲੱਗੇ ਸੀ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਤੇ ਸਮਾਜ ਦੇ ਵਿੱਚ ਗੁਰਮੁਖੋ ਹਰ ਵਰਗ ਦੇ ਲੋਕ ਨੇ। ਜਿੱਥੇ ਚੰਗੇ ਨੇ ਤੇ ਉੱਥੇ ਮਾੜੇ ਵੀ ਨੇ, ਤੇ ਜਿੱਥੇ ਸੰਤ ਨੇ ਉੱਥੇ ਅਸੰਤ ਵੀ ਨੇ। ਵੈਸੇ ਤੇ ਅੱਜ ਦੇ ਜ਼ਮਾਨੇ ਦੇ ਵਿੱਚ ਕੋਟਨ ਮੈਂ ਨਾਰਾਇਣ ਕਹੂ, ਨਾਰਾਇਣ ਜਿਹੇ ਚੀਤ, ਕੋਈ ਕਰੋੜਾਂ ਦੇ ਵਿੱਚੋਂ, ਕੋਈ ਲੱਖਾਂ ਹਜ਼ਾਰਾਂ ਸੌਵਾਂ ਦੇ ਵਿੱਚੋਂ ਨਹੀਂ, ਕੋਈ ਕਰੋੜਾਂ ਦੇ ਵਿੱਚੋਂ ਇੱਕ ਅੱਧਾ ਹੋਵੇ ਤੇ ਹੋਵੇ, ਨਹੀਂ ਤੇ ਗੁਰਮੁਖੋ ਕਈਆਂ ਦੇ ਕੱਪੜੇ ਸੰਤ ਨੇ, ਪਹਿਰਾਵਾ ਹੀ ਸੰਤ ਹੈ। ਮੈਨੂੰ ਮਾਫ ਕਰਿਓ, ਸਤਿਗੁਰਾਂ ਨੇ ਬਾਣੀ ਦੇ ਵਿੱਚ ਸੰਤ ਦੀ ਪਰਿਭਾਸ਼ਾ ਕੀ ਜ਼ਿਕਰ ਕੀਤਾ ਆਪਾਂ ਰੋਜ਼ ਪੜ੍ਹਦੇ ਹਾਂ।
अनेकां उदाहरणां। संत कौन है? बाणी विच संत आखिया किनू है? सतगुरु सच्चे पातशाह कहते संत शरण जो जन परै सो जन उधर निहार। संत की निंदा नानका बहुर बहुर अवतार। अवतार लफज है ना, कोई ये बहुता चंगा लफज नहीं। जे आपां कहीए भी अवतार लफज बहुत सत्कारयोग है। अवतार के अर्थ होंदे ने अव प्लस तार। अवतार के अर्थ ने एक अंसा अवतार, एक अवेसा अवतार। ते अवतार के अर्थ ने उच्ची जगह तो नीवीं जगह आउणा। ते जे आपां आखीए भी अवतार लफज बहुत चंगा है, फिर ते संत की निंदा नानका बहुर बहुर अवतार निंदिया करी चलो ते अवतार धारी चलो। इत्थे संत दे अर्थ ने धन गुरु ग्रंथ साहिब महाराज जी अकाल पुरख वाहिगुरु, किसी मनुख दे नाल ये लफज नहीं जोड़िया गया। ते सतगुरु सच्चे पातशाह कहते संत शरण जो जन परै। जेड़ा भी जीव अकाल पुरख वाहिगुरु दी शरण पएगा की होवेगा जी? सो जन उधर निहार। कहते उस जीव का पार उतारा होवेगा। संत की निंदा नानका बहुर बहुर अवतार। तो जे आपां आखी भी किसी संत की निंदा करते हैं तो जी मेरा बार बार संसार दे विच आउणा जाना बनेगा। संत तो खुद निंदक हुंदा है। अज दे माहौल के मुताबिक तुसीं देखिए एक दूजे दे नाल संतां दी बाबियां दी डांग नहीं खड़कदी। जेड़े अस्थान सत्कारयोग सी अज उन्हां अस्थानां ते चार चार पंज पंज धड़े बन चुके ने। उस बाबे ने उधर गद्दी लाई, उन्हें उधर लाई, तो बाबियां ने जिथे अपने आप नूं वंडिया। तो मैं बेनती करा उत्थे बाबियां दी संगत भी वंडी हुई है। जिहड़ी संगत एक बाबे दे दीवान में जाती है वह दूजे दे नहीं जाती, जिहड़ी दूजे दे वो तीजे दे नहीं जाती। तो मैं बेनती करा पंजाब बड़ा छोटा पर इस पंजाब नूं चार हिस्सियां दे विच वंड दिता गया। एक तो वंड दिता राजनीतिकां ने, ते एक गुरमुखों वंड दिता है आपां वेखदे हां समाज दे विच जाति आदਿਕ आधार ते एक गुरमुखों वंड दिता गया आपां वेखदे हां नशियां दे आधार ते एक वंड दिता गया कर्म कांडी लोकां ने आपो अपने पिछे ला के। चलो मैं इस विषय तो थोड़ा जिहा हट के ये बेनती करा भी कर्म कांड की हुंदा है, क्योंकि कई दफ़ा सानू हासे वाली गल विचों भी रमज दे पिछे रहस मिलता है। सतगुरां ने बाणी में जिक्र किया भी कर्म कांड की है। कर्म धर्म पाखंड जो दिसै तिन जम जागाती लूटै निर्वाण कीर्तन गावो करते का निमख सिमरत जित छूटै। ते साडा वस नहीं चलदा असीं ये पंक्तियां गुरु ग्रंथ साहिब महाराज जी दे विचों कढ किहड़ा ना दईए। जे साडा वस चले भी इहो जिहियां पंक्तियां ने गुरु ग्रंथ साहिब महाराज जी दे विच बड़े कई सिੱਖਿਆ दाते, कई तो सिੱਖਿਆ अपनियां जेबां दे विच ही लई फिरदे ने। कहते बाबा जी तुहाडी सिੱਖਿਆ दी लोड़ नहीं, साडी तां सिੱਖਿਆ पहले ही बहुत उछल उछल के पैंदी है जी। इदां दी स्टेज ते सानू शब्दावली बोलण दी की लोड़ है? आपां नू ये बोलना चाहिए, आपां नू वो बोलना चाहिए। तो मैं कई दफ़ा बेनती करदा हुन्ना भी कोर्स असीं कीता कि तुसीं कीता है। मैं बेनती करा भावें धर्म दी